ਵਾਹ ਬੇਟਾ ਤੂਫਾਨਾਂ ਤੇ ਆਮੇਨ। सब भैन भरावां ਨੂੰ ਯਿਸੂ ਮਸੀਹ ਦੀ ਸਲਾਮ। ਗੁੱਡ ਮਾਰਨਿੰਗ, ਗੁੱਡ ਆਫਟਰਨੂਨ। ਪਿਤਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹਨੇ ਸਾਨੂੰ ਅੱਜ ਦਾ ਦਿਨ ਅੱਜ ਦਾ ਸਮਾਂ ਦਿੱਤਾ ਹੈ। ਅਸੀਂ ਸਭ ਭੈਣ ਭਰਾ ਮਿਲ ਕੇ ਪ੍ਰਭੂ ਦਾ ਧੰਨਵਾਦ ਕਰੀਏ, ਉਸ ਦੀ ਮਹਿਮਤ ਤੇ ਵਡਿਆਈ ਕਰੀਏ, ਉਸ ਦਾ ਵਚਨ ਪੜ੍ਹ ਕੇ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਕਰੀਏ। ਪ੍ਰਭੂ ਦੇ ਪਿੱਤਰ ਚਰਨ ਜਾਣ ਕੇ ਦੁਆ ਕਰਦੇ ਹਾਂ ਕਿ ਪ੍ਰਭੂ ਯਿਸੂ ਸਾਨੂੰ ਸਭ ਭੈਣ ਭਰਾਵਾਂ ਨੂੰ ਅਕਲ ਬੁੱਧੀ ਗਿਆਨ ਦੇਵੇ, ਪਵਿੱਤਰ ਆਤਮਾ ਦੀ ਸ਼ਕਤੀ ਦੇਵੇ ਕਿ ਅਸੀਂ ਪ੍ਰਭੂ ਦੇ ਵਚਨਾਂ ਨੂੰ ਪੜ੍ਹ ਕੇ ਸੁਣ ਕੇ ਉਹ ਚੰਗੀ ਤਰ੍ਹਾਂ ਸਮਝ ਸਕੀਏ। ਮੇਰੇ ਭੈਣ ਭਰਾਵੋ, ਅੱਜ ਅਸੀਂ ਪਵਿੱਤਰ ਬਾਈਬਲ 'ਚੋਂ ਪੜ੍ਹਨਾ ਤਰਾਵਾਂ ਮੁਕਾਬੀਆਂ ਦਾ ਦੂਸਰਾ ਮੁਕਾਬੀਆ ਦਾ ਗ੍ਰੰਥ ਚੈਪਟਰ 7 ਪਹਿਲੀ ਆਇਤ, ਫਿਰ 20 ਤੋਂ 31 ਆਇਤਾਂ ਪੜ੍ਹਾਂਗੇ। ਸੈਕਿੰਡ ਮੁਕਾਬੀਜ਼ ਚੈਪਟਰ 7 verse 1 and verses 20 till 31. The creator of the world will give you back both breath and life. ਉਹਨਾਂ ਦੀ ਮਾਂ ਵਿਸ਼ੇਸ਼ ਰੂਪ ਵਿੱਚ ਸ਼ਲਾਘਾਯੋਗ ਅਤੇ ਪੂਜਨੀਕ ਯਾਦ ਦੇ ਯੋਗ ਸੀ। ਉਸਨੇ ਇੱਕ ਹੀ ਦਿਨ ਵਿੱਚ ਆਪਣੇ 7 ਪੁੱਤਰਾਂ ਨੂੰ ਮਰਦੇ ਹੋਏ ਵੇਖਿਆ ਅਤੇ ਉਸਨੇ ਵੱਡੇ ਹੌਸਲੇ ਦੇ ਨਾਲ ਬਰਦਾਸ਼ਤ ਕੀਤਾ ਕਿਉਂਕਿ ਉਹ ਪ੍ਰਭੂ ਤੇ ਭਰੋਸਾ ਰੱਖਦੀ ਸੀ। ਉਹ ਉਹਨਾਂ ਵਿੱਚੋਂ ਹਰ ਇੱਕ ਨੂੰ ਆਪਣੇ ਪੁਰਖਿਆਂ ਦੀ ਮਾਤ ਭਾਸ਼ਾ ਵਿੱਚ ਹੌਸਲਾ ਦਿੰਦੀ ਰਹੀ। ਪ੍ਰਭਾਵਸ਼ਾਲੀ ਉਤਸ਼ਾਹ ਨਾਲ ਭਰਪੂਰ ਹੋ ਕੇ ਉਸਨੇ ਆਪਣੇ ਇਸਤਰੀ ਵਾਲੇ ਮਨ ਨੂੰ ਆਦਮੀ ਵਾਲੇ ਬੁਲੰਦ ਹੌਸਲੇ ਨਾਲ ਜੋਸ਼ ਦਿਵਾ ਕੇ ਉਹਨਾਂ ਨੂੰ ਕਿਹਾ, ਮੈਂ ਨਹੀਂ ਜਾਣਦੀ ਕਿ ਤੁਸੀਂ ਕਿਸ ਤਰ੍ਹਾਂ ਮੇਰੀ ਕੁੱਖ ਵਿੱਚ ਆਏ। ਇਹ ਮੈਂ ਨਹੀਂ ਸੀ ਜਿਸ ਨੇ ਤੁਹਾਨੂੰ ਪ੍ਰਾਣ ਅਤੇ ਜੀਵਨ ਪ੍ਰਦਾਨ ਕੀਤਾ ਅਤੇ ਤੁਹਾਡੇ ਅੰਗਾਂ ਦੀ ਰਚਨਾ ਕੀਤੀ। ਸੰਸਾਰ ਦਾ ਸਿਰਜਣਹਾਰ ਜਿਸ ਨੇ ਮਨੁੱਖ ਦੇ ਆਰੰਭ ਦੀ ਰਚਨਾ ਕੀਤੀ ਅਤੇ ਸਭ ਕੁਝ ਦੇ ਉਤਪਤ ਲਈ ਯੋਜਨਾ ਬਣਾਈ, ਉਹੀ ਆਪਣੀ ਦਇਆ ਵਿੱਚ ਤੁਹਾਨੂੰ ਫਿਰ ਜੀਵਨ ਅਤੇ ਪ੍ਰਾਣ ਪ੍ਰਦਾਨ ਕਰੇਗਾ, ਕਿਉਂਕਿ ਹੁਣ ਤੁਸੀਂ ਉਸ ਦੇ ਨਿਯਮਾਂ ਦੀ ਖਾਤਰ ਆਪਣੇ ਜੀਵਨ ਦੀ ਪਰਵਾਹ ਨਹੀਂ ਕੀਤੀ ਹੈ। ਅਨਿਥਿਕੁਸ ਨੂੰ ਉਸ ਔਰਤ ਦੀਆਂ ਗੱਲਾਂ ਵਿੱਚ ਆਪਣੀ ਨਿੰਦਿਆ ਦਾ ਸ਼ੱਕ ਹੋਇਆ। ਉਸ ਨੂੰ ਇੰਝ ਲੱਗਾ ਕਿ ਉਸ ਦਾ ਮਖੌਲ ਉਡਾਇਆ ਜਾ ਰਿਹਾ ਹੈ। ਹੁਣ ਕੇਵਲ ਸਭ ਤੋਂ ਛੋਟਾ ਭਰਾ ਜਿੰਦਾ ਰਿਹਾ ਸੀ। ਰਾਜਾ ਐਂਥੀਕੋਸ ਨੇ ਉਸ ਨੂੰ ਸਿਰਫ ਗੱਲਾਂ ਨਾਲ ਹੀ ਨਹੀਂ ਖਿੱਚਿਆ, ਸਗੋਂ ਸਹੁੰ ਖਾ ਕੇ ਵਾਅਦਾ ਵੀ ਕੀਤਾ ਕਿ ਜੇਕਰ ਉਹ ਆਪਣੇ ਪੁਰਖਿਆਂ ਦੀ ਰੀਤੀ ਰਿਵਾਜਾਂ ਤੋਂ ਮੂੰਹ ਮੋੜੇਗਾ ਤਾਂ ਉਹ ਉਸ ਨੂੰ ਧਨੀ ਅਤੇ ਖੁਸ਼ਹਾਲ ਬਣਾਵੇਗਾ, ਉਸ ਨੂੰ ਆਪਣਾ ਮਿੱਤਰ ਬਣਾਵੇਗਾ ਅਤੇ ਉੱਚੇ ਅਹੁਦੇ ਉੱਤੇ ਨਿਯੁਕਤ ਕਰੇਗਾ। ਜਦੋਂ ਯੋਕ ਨੇ ਉਸ ਦੀਆਂ ਗੱਲਾਂ ਉੱਤੇ ਬਿਲਕੁਲ ਧਿਆਨ ਨਾ ਦਿੱਤਾ ਤਾਂ ਰਾਜਾ ਨੇ ਮਾਂ ਨੂੰ ਆਪਣੇ ਕੋਲ ਬੁਲਾ ਕੇ ਉਸ ਨੂੰ ਕਿਹਾ ਕਿ ਉਹ ਯੁਵਕ ਨੂੰ ਸਮਝਾਏ ਤਾਂ ਜੋ ਉਹ ਆਪਣੇ ਆਪ ਨੂੰ ਬਚਾ ਲਵੇ। ਰਾਜਾ ਵੱਲੋਂ ਕਾਫੀ ਦਬਾਅ ਪਾਉਣ ਤੋਂ ਬਾਅਦ ਉਹ ਆਪਣੇ ਪੁੱਤਰ ਨੂੰ ਮਨਾਉਣ ਲਈ ਤਿਆਰ ਹੋ ਗਈ, ਪਰ ਉਸਨੇ ਉਸ ਕੋਲ ਝੁਕ ਕੇ ਨਿਰਦਈ ਤਾਨਾਸ਼ਾਹ ਦੀ ਅਵਗਿਆ ਕਰਦੇ ਹੋਏ ਆਪਣੀ ਮਾਤ ਬੋਲੀ ਵਿੱਚ ਇਸ ਤਰ੍ਹਾਂ ਕਿਹਾ, ਪੁੱਤਰ ਮੇਰੇ ਉੱਤੇ ਦਇਆ ਕਰ, ਮੈਂ ਤੈਨੂੰ ਆਪਣੀ ਕੁੱਖ ਵਿੱਚ ਧਾਰਨ ਕੀਤਾ ਹੈ ਅਤੇ 3 ਸਾਲਾਂ ਤੱਕ ਦੁੱਧ ਚੁਗਾਇਆ, ਮੈਂ ਤੈਨੂੰ ਖਿਲਾਇਆ ਅਤੇ ਇਸ ਉਮਰ ਤੱਕ ਤੇਰਾ ਪਾਲਣ ਪੋਸ਼ਣ ਕੀਤਾ। ਮੇਰੇ ਬੱਚੇ,
ਮੈਂ ਮਿਹਨਤ ਕਰਦੀ ਹਾਂ, ਤੂੰ ਆਕਾਸ਼ ਅਤੇ ਧਰਤੀ ਵੱਲ ਅਤੇ ਜੋ ਕੁਝ ਉਹਨਾਂ ਵਿੱਚ ਹੈ ਵੇਖ। ਇਹ ਸਮਝ ਲੈ ਕਿ ਖੁਦਾ ਨੇ ਉਹਨਾਂ ਨੂੰ ਹੋਰ ਕੋਈ ਵਸਤਾ ਤੋਂ ਨਹੀਂ ਬਣਾਇਆ ਜੋ ਪਹਿਲਾਂ ਤੋਂ ਹੋਂਦ ਵਿੱਚ ਸੀ। ਇਸੇ ਤਰ੍ਹਾਂ ਮਨੁੱਖ ਜਾਤੀ ਵੀ ਹੋਂਦ ਵਿੱਚ ਆਈ ਹੈ। ਇਸ ਜਲਾਦ ਤੋਂ ਨਾ ਡਰਨਾ, ਸਗੋਂ ਆਪਣੇ ਭਰਾਵਾਂ ਦੇ ਯੋਗ ਬਣ। ਮੌਤ ਨੂੰ ਸਵੀਕਾਰ ਕਰ, ਤਾਂ ਕਿ ਮੈਂ ਖੁਦਾ ਦੀ ਦਇਆ ਵਿੱਚ ਤੈਨੂੰ ਤੇਰੇ ਭਰਾਵਾਂ ਦੇ ਨਾਲ ਪਾ ਸਕਾਂ। ਜਦੋਂ ਉਹ ਕਹਿ ਚੁੱਕੀ ਤਾਂ ਨਵੇਂ ਯੁਵਕ ਤੁਰੰਤ ਬੋਲ ਉੱਠਿਆ, ਤੁਸੀਂ ਦੇਰ ਕਿਉਂ ਕਰਦੇ ਹੋ? ਮੈਂ ਰਾਜਾ ਦਾ ਹੁਕਮ ਨਹੀਂ ਮੰਨਾਂਗਾ। ਮੈਂ ਆਪਣੇ ਪੁਰਖਿਆਂ ਨੂੰ ਮੂਸਾ ਦੁਆਰਾ ਦਿੱਤੇ ਵਿਧਾਨ ਦੀ ਆਗਿਆ ਦਾ ਪਾਲਣ ਕਰਦਾ ਹਾਂ। ਤੂੰ ਜਿਸ ਨੇ ਇਬਰਾਨੀਆਂ ਦੇ ਵਿਰੁੱਧ ਹਰ ਤਰ੍ਹਾਂ ਦੇ ਅਤਿਆਚਾਰ ਦੀ ਯੋਜਨਾ ਬਣਾਈ ਹੈ, ਖੁਦਾ ਦੇ ਹੱਥੋਂ ਬਚ ਨਹੀਂ ਸਕੇਗਾ। ਆਮੀਨ। ਇਹ ਪ੍ਰਭੂ ਦਾ ਵਚਨ ਹੈ। ਪੜ੍ਹਨ ਅਤੇ ਸੁਣਨ ਵਾਲੇ ਸਭ ਭੈਣ ਭਰਾ ਨੂੰ ਪ੍ਰਭੂ ਯਿਸੂ ਆਸ਼ੀਸ਼ ਬਰਕਤ ਦੇ। ਪ੍ਰਭੂ ਵਿੱਚ ਮੇਰੇ ਭੈਣ ਭਰਾਵੋ, ਇਹ 7 ਭਰਾ ਸਨ, ਆਪਣੀ ਮਾਂ ਦੇ ਨਾਲ ਗ੍ਰਿਫਤਾਰ ਹੋਏ ਸਨ। ਰਾਜਾ ਉਹਨਾਂ ਨੂੰ ਕੋਰੜੇ ਮਰਵਾ ਕੇ ਸ਼ਮਕਾਂ ਦੇ ਨਾਲ ਤਸੀਹੇ ਦਵਾ ਕੇ ਮਜਬੂਰ ਕਰਦਾ ਸੀ ਕਿ ਉਹ ਪਰਮੇਸ਼ਰ ਦੇ ਨੇਮ ਨੂੰ ਮਨਾ ਕਰਨ ਔਰ ਸੂਰ ਦਾ ਮਾਸ ਖਾਣ। ਪਰ ਇਹਨਾਂ ਭਰਾਵਾਂ ਦੀ ਮਾਂ ਨੇ ਉਹਨਾਂ ਨੂੰ ਹੌਸਲਾ ਦਿੱਤਾ, ਤਸੱਲੀ ਦਿੱਤੀ। ਕਿਉਂਕਿ ਉਹਨਾਂ ਭਰਾਵਾਂ ਨੇ ਵੀ ਰਾਜੇ ਦੀ ਕੋਈ ਲਾਲਚਾ ਵਾਲੀ ਗੱਲ ਨਾ ਮੰਨੀ। ਪ੍ਰਭੂ ਪਰਮੇਸ਼ਰ ਨੇ ਮੂਸਾ ਦੁਆਰਾ ਜੋ ਨੇਮ ਦਿੱਤੇ ਸਨ, ਉਹਨਾਂ ਭਰਾਵਾਂ ਨੇ ਉਹਨਾਂ ਦੀ ਪਾਲਣਾ ਕੀਤੀ। ਕਿਉਂਕਿ ਉਹਨਾਂ ਭਰਾਵਾਂ ਨੇ ਪਰਮੇਸ਼ਰ ਦੁਆਰਾ ਮਨਾ ਕੀਤੇ ਜਾਨਵਰ ਦਾ ਮੀਟ ਖਾਣ ਤੋਂ ਇਨਕਾਰ ਕੀਤਾ ਸੀ। ਸੋ ਮੇਰੇ ਭੈਣ ਭਰਾਵੋ, ਜੇਕਰ ਅਸੀਂ ਵੀ ਪ੍ਰਭੂ ਪਰਮੇਸ਼ਰ ਦੇ ਵਚਨਾਂ ਨੂੰ ਪੜ੍ਹਦੇ ਹਾਂ, ਸੁਣਦੇ ਹਾਂ, ਉਹਨਾਂ ਦੀ ਆਗਿਆ ਵੀ ਮੰਨਦੇ ਹਾਂ, ਤੇ ਪ੍ਰਭੂ ਪਰਮੇਸ਼ਰ ਸਾਨੂੰ ਵੀ ਸਵਰਗਾਂ ਦੇ ਵਿੱਚ ਚੰਗੀ ਜਗ੍ਹਾ ਦੇਵੇਗਾ, ਸਵਰਗੀ ਇਨਾਮ ਦੇਵੇਗਾ। ਕਿਉਂਕਿ ਜੋ ਵੀ ਭੈਣ ਭਰਾ ਪਰਮੇਸ਼ਰ ਦੇ ਹੁਕਮਾਂ ਤੇ ਵਚਨਾਂ ਤੇ ਚੱਲੇਗਾ, ਪ੍ਰਭੂ ਉਹਨਾਂ ਸਭ ਨੂੰ ਅਨੰਤ ਜੀਵਨ ਬਖਸ਼ੇਗਾ। ਜਿਸ ਤਰ੍ਹਾਂ ਇਹਨਾਂ ਭਰਾਵਾਂ ਨੇ ਪ੍ਰਭੂ ਦੇ ਵਚਨਾਂ ਨੂੰ ਮੰਨਿਆ, ਜੋ ਵੀ ਵਚਨ, ਜੋ ਵੀ ਨੇਮ ਮੂਸਾ ਦੇ ਦੁਆਰਾ ਪਰਮੇਸ਼ਰ ਨੇ ਦਿੱਤੇ ਸਨ। ਕਿਉਂਕਿ ਇਸ ਰਾਜਾ ਨੇ ਉਹਨਾਂ ਭਰਾਵਾਂ ਨੂੰ ਸੂਰ ਦਾ ਮਾਸ ਖਾਣ ਦੇ ਲਈ ਮਜਬੂਰ ਕੀਤਾ, ਪਰ ਉਹਨਾਂ ਨੇ ਕੋਈ ਵੀ ਲਾਲਚਾ ਵਿੱਚ ਆਣ ਕੇ, ਕਿਉਂਕਿ ਰਾਜੇ ਨੇ ਉਹਨਾਂ ਭਰਾਵਾਂ ਨੂੰ ਬਹੁਤ ਲਾਲਚਾ ਦਿੱਤੀ, ਪਰ ਫਿਰ ਵੀ ਉਹ ਭਰਾ ਪ੍ਰਭੂ ਪਰਮੇਸ਼ਰ ਦੇ ਵਿਸ਼ਵਾਸ ਵਿੱਚ ਆ ਕੇ ਇਹ ਮਾਸ ਖਾਣ ਤੋਂ ਉਹਨਾਂ ਨੇ ਇਨਕਾਰ ਕੀਤਾ ਤੇ ਪ੍ਰਭੂ ਦੇ ਵਚਨਾਂ ਦੀ ਪਾਲਣਾ ਕੀਤੀ। ਸੋ ਅਸੀਂ ਵੀ ਪ੍ਰਭੂ ਦੇ ਵਚਨ ਪੜ੍ਹਦੇ ਹਾਂ, ਸੁਣਦੇ ਹਾਂ, ਤੇ ਉੱਪਰ ਉਹਨਾਂ ਦੇ ਵਿਸ਼ਵਾਸ ਕਰਨਾ ਹੈ, ਪ੍ਰਭੂ ਦੇ ਵਚਨਾਂ ਉੱਪਰ ਚੱਲਣਾ ਹੈ, ਪਾਲਣਾ ਕਰਨੀ ਹੈ, ਤਾਂ ਪ੍ਰਭੂ ਆਪ ਸਭ ਨੂੰ ਤੇ ਮੈਨੂੰ ਵੀ ਸਵਰਗਾਂ ਦੀ ਸੰਤਾਨ ਬਣਾਵੇਗਾ। ਆਮੀਨ, ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਪ੍ਰਭੂ ਯਿਸੂ ਸੀ। ਆਪਦਾ ਬਾਬਾ ਧੰਨਵਾਦ ਕਰਦੇ, ਸ਼ੁਕਰ ਹੈ ਪ੍ਰਭੂ ਜੀ, ਜਿਹਨੇ ਵੀ ਸਾਡੇ ਭੈਣ ਭਰਾ ਆਪਦਾ ਵਚਨ ਪੜ੍ਹ ਰਿਹਾ, ਸੁਣ ਰਿਹਾ, ਸਾਡੇ ਵਿਸ਼ਵਾਸ ਨੂੰ ਵੀ ਪੱਕੇ ਰੱਖਣਾ ਪ੍ਰਭੂ ਜੀ, ਕਿ ਅਸੀਂ ਆਪਦੇ ਵਚਨਾਂ ਨੂੰ ਪੜ੍ਹੀਏ, ਸੁਣੀਏ ਔਰ ਚੰਗੀ ਤਰ੍ਹਾਂ ਸਮਝ ਸਕੀਏ, ਔਰ ਆਪਦੇ ਵਚਨਾਂ ਦੇ ਉੱਪਰ ਚੱਲਣ ਦੀ ਪੂਰੀ ਕੋਸ਼ਿਸ਼ ਕਰੀਏ।
ਥੈਂਕ ਯੂ ਪ੍ਰਭੂ, ਥੈਂਕ ਯੂ ਜੀਸਸ, ਧੰਨਵਾਦ ਪ੍ਰਭੂ ਯਿਸੂ, ਥੈਂਕ ਯੂ ਜੀਸਸ, ਧੰਨਵਾਦ ਧੰਨਵਾਦ ਪ੍ਰਭੂ ਯਿਸੂ, ਹਾਲੇਲੂਇਆ ਹਾਲੇਲੂਇਆ ਪ੍ਰਭੂ ਯਿਸੂ, ਥੈਂਕ ਯੂ ਜੀਸਸ। ਮੇਰੇ ਭੈਣ ਭਰਾ, ਹੁਣ ਅਸੀਂ ਪੜ੍ਹਦੇ ਹਾਂ ਸੰਤ ਲੂਕਾ ਦੀ ਇੰਜੀਲ ਚੈਪਟਰ 19 11 ਤੋਂ 28 ਆਇਤਾਂ। ਸੈਂਟ ਲੂਕ ਚੈਪਟਰ 19 verses 11 till 28. The parable of the talents। 10 ਅਸ਼ਰਫੀਆਂ ਦੀ ਰੂਪ ਕਥਾ। ਲੋਕੀ ਇਹ ਗੱਲਾਂ ਸੁਣ ਰਹੇ ਸਨ। ਪ੍ਰਭੂ ਯਿਸੂ ਨੇ ਉਹਨਾਂ ਨੂੰ ਇੱਕ ਰੂਪ ਕਥਾ ਸੁਣਾਈ। ਉਸ ਵੇਲੇ ਯਰੂਸ਼ਲਮ ਦਾ ਰਾਜ ਤੁਰੰਤ ਹੀ ਪ੍ਰਗਟ ਹੋਣ ਵਾਲਾ ਹੈ। ਪ੍ਰਭੂ ਯਿਸੂ ਨੇ ਕਹਿਣਾ ਸ਼ੁਰੂ ਕੀਤਾ, ਇੱਕ ਵਾਰ ਇੱਕ ਰਾਜਵੰਸ਼ ਆਦਮੀ ਦੂਰ ਦੇਸ਼ ਵਿੱਚ ਸਮਰਾਟ ਦੇ ਕੋਲ ਰਾਜ ਪਦ ਦੀ ਪ੍ਰਾਪਤੀ ਲਈ ਗਿਆ। ਉਹ ਰਾਜ ਪ੍ਰਾਪਤੀ ਦੇ ਪਿੱਛੋਂ ਵਾਪਸ ਆਪਣੇ ਦੇਸ਼ ਵਿੱਚ ਆਉਣਾ ਚਾਹੁੰਦਾ ਸੀ। ਜਾਣ ਤੋਂ ਪਹਿਲਾਂ ਉਸਨੇ ਆਪਣੇ 10 ਸੇਵਕਾਂ ਨੂੰ ਸੱਦਿਆ ਅਤੇ ਉਹਨਾਂ ਨੂੰ ਇੱਕ ਇੱਕ ਅਸ਼ਰਫੀ ਦੇ ਕੇ ਕਿਹਾ, ਮੇਰੇ ਮੁੜ ਆਉਣ ਤੱਕ ਇਹਨਾਂ ਦੇ ਨਾਲ ਵਪਾਰ ਕਰੋ। ਪਰ ਉਸ ਦੇ ਦੇਸ਼ ਵਾਸੀ ਉਹਨਾਂ ਨੂੰ ਘਿਰਣਾ ਕਰਦੇ ਸਨ। ਇਸ ਲਈ ਉਹਨਾਂ ਨੇ ਉਸ ਦੇ ਵਿਰੁੱਧ ਸਮਰਾਟ ਕੋਲ ਦੂਤ ਘੱਲੇ ਅਤੇ ਕਿਹਾ, ਅਸੀਂ ਨਹੀਂ ਚਾਹੁੰਦੇ ਕਿ ਇਹ ਆਦਮੀ ਸਾਡੇ ਉੱਤੇ ਰਾਜ ਕਰੇ। ਪਰ ਉਹ ਰਾਜਾ ਬਣ ਕੇ ਵਾਪਸ ਆਇਆ। ਸਾਰਿਆਂ ਤੋਂ ਪਹਿਲਾਂ ਉਸਨੇ ਆਪਣੇ ਉਹਨਾਂ 10 ਸੇਵਕਾਂ ਨੂੰ ਸੱਦਿਆ ਜਿਨ੍ਹਾਂ ਨੂੰ ਉਸਨੇ ਅਸ਼ਰਫੀਆਂ ਦਿੱਤੀਆਂ ਸਨ। ਉਹ ਜਾਣਨਾ ਚਾਹੁੰਦਾ ਸੀ ਕਿ ਕਿਸ ਸੇਵਕ ਨੇ ਵਪਾਰ ਵਿੱਚ ਕਿੰਨਾ ਕਮਾਇਆ ਹੈ। ਪਹਿਲੇ ਸੇਵਕ ਨੇ ਆ ਕੇ ਕਿਹਾ, ਮਹਾਰਾਜ, ਤੁਹਾਡੀ ਇੱਕ ਅਸ਼ਰਫੀ ਦੇ ਨਾਲ ਮੈਂ 10 ਅਸ਼ਰਫੀਆਂ ਹੋਰ ਕਮਾਈਆਂ ਹਨ। ਉਸਨੇ ਕਿਹਾ, ਸ਼ਾਬਾਸ਼, ਤੂੰ ਇੱਕ ਸੇਵਕ, ਚੰਗਾ ਸੇਵਕ ਹੈ, ਕਿਉਂਕਿ ਤੂੰ ਇਸ ਛੋਟੇ ਜਿਹੇ ਕੰਮ ਨੂੰ ਬੜੀ ਇਮਾਨਦਾਰੀ ਨਾਲ ਨਿਭਾਇਆ ਹੈ। ਇਸ ਲਈ ਮੈਂ ਤੈਨੂੰ 10 ਨਗਰਾਂ ਦਾ ਅਧਿਕਾਰੀ ਨਿਯੁਕਤ ਕਰਦਾ। ਦੂਜੇ ਸੇਵਕ ਨੇ ਕਿਹਾ, ਮਹਾਰਾਜ, ਮੈਂ 5 ਅਸ਼ਰਫੀਆਂ ਕਮਾਈਆਂ ਹਨ। ਰਾਜਾ ਨੇ ਕਿਹਾ, ਮੈਂ ਤੈਨੂੰ 50 ਨਗਰਾਂ ਦਾ ਅਧਿਕਾਰੀ ਬਣਾਉਂਦਾ। ਫਿਰ ਇੱਕ ਹੋਰ ਨੇ ਕਿਹਾ, ਮਹਾਰਾਜ, ਇਹ ਹੈ ਤੁਹਾਡੀ ਅਸ਼ਰਫੀ, ਇਸ ਨੂੰ ਮੈਂ ਰੁਮਾਲ ਵਿੱਚ ਲਪੇਟ ਕੇ ਬਹੁਤ ਸੰਭਾਲ ਕੇ ਰੱਖਿਆ ਹੈ। ਮੈਂ ਤੁਹਾਡੇ ਕੋਲੋਂ ਡਰਦਾ ਸੀ ਕਿਉਂਕਿ ਤੁਸੀਂ ਕਠੋਰ ਚਿੱਤ ਹੋ। ਮੈਂ ਜਾਣਦਾ ਸੀ ਕਿ ਜੋ ਤੁਸੀਂ ਨਹੀਂ ਵੀ ਰੱਖਿਆ ਉਸ ਨੂੰ ਚੁੱਕ ਲੈਂਦੇ ਹੋ ਅਤੇ ਜੋ ਤੁਸੀਂ ਨਹੀਂ ਬੀਜਿਆ ਉਸ ਨੂੰ ਵੱਢਦੇ ਹੋ। ਰਾਜੇ ਨੇ ਉਸ ਨੂੰ ਉੱਤਰ ਦਿੱਤਾ, ਐ ਨਿਕੰਮੇ ਸੇਵਕ, ਤੇਰਿਆਂ ਸ਼ਬਦਾਂ ਦੁਆਰਾ ਹੀ ਮੈਂ ਤੇਰਾ ਨਿਆਂ ਕਰਦਾ। ਤੂੰ ਇਹ ਜਾਣਦਾ ਸੀ ਕਿ ਮੈਂ ਇੱਕ ਕਠੋਰ ਆਦਮੀ ਹਾਂ, ਜੋ ਮੈਂ ਨਹੀਂ ਰੱਖਿਆ ਉਸ ਨੂੰ ਚੁੱਕ ਲੈਂਦਾ ਅਤੇ ਜੋ ਮੈਂ ਨਹੀਂ ਬੀਜਿਆ ਉਹ ਵੱਢਦਾ। ਫਿਰ ਤੂੰ ਇੱਕ ਅਸ਼ਰਫੀ ਨੂੰ ਬੈਂਕ ਵਿੱਚ ਜਮ੍ਹਾਂ ਕਿਉਂ ਨਾ ਕਰਾਇਆ? ਉੱਥੋਂ ਮੈਂ ਇਸ ਨੂੰ ਵਿਆਜ ਸਮੇਤ ਵਾਪਸ ਲੈਂਦਾ। ਲਾਗੇ ਖੜੇ ਸੇਵਕ ਨੂੰ ਰਾਜਾ ਨੇ ਕਿਹਾ, ਇਸ ਕੋਲੋਂ ਇਹ ਅਸ਼ਰਫੀ ਲੈ ਲਵੋ ਅਤੇ ਜਿਸ ਦੇ ਕੋਲ 10 ਹਨ ਉਸ ਨੂੰ ਦੇ ਦਿਓ। ਸੇਵਕ ਨੇ ਕਿਹਾ, ਮਹਾਰਾਜ, ਉਸ ਕੋਲ ਤਾਂ 10 ਅਸ਼ਰਫੀਆਂ ਅੱਗੇ ਹੀ ਹਨ। ਰਾਜੇ ਨੇ ਉੱਤਰ ਦਿੱਤਾ, ਮੈਂ ਕਹਿੰਦਾ ਹਾਂ ਕਿ ਜਿਸ ਦੇ ਕੋਲ ਹੈ ਉਸ ਨੂੰ ਹੋਰ ਦਿੱਤਾ ਜਾਵੇਗਾ, ਪਰ ਜਿਸ ਦੇ ਕੋਲ ਨਹੀਂ ਹੈ ਉਸ ਕੋਲੋਂ ਉਹ ਥੋੜ੍ਹਾ ਵੀ ਲਿਆ ਜਾਵੇਗਾ ਜੋ ਉਸ ਦੇ ਕੋਲ ਹੈ। ਬਾਕੀ ਰਹੀ ਗੱਲ ਮੇਰੇ ਉਹਨਾਂ ਵੈਰੀਆਂ ਦੀ ਜਿਹੜੇ ਇਹ ਨਹੀਂ ਚਾਹੁੰਦੇ ਸਨ ਕਿ ਮੈਂ ਉਹਨਾਂ 'ਤੇ ਰਾਜ ਕਰਾਂ, ਉਹਨਾਂ ਨੂੰ ਇੱਥੇ ਮੇਰੇ ਸਾਹਮਣੇ ਲਿਆ ਕੇ ਕਤਲ ਕਰ ਦਿਓ। ਇਹ ਕਹਿ ਚੁੱਕਣ ਪਿੱਛੋਂ ਪ੍ਰਭੂ ਯਿਸੂ ਯਰੂਸ਼ਲਮ ਵੱਲ ਚੱਲ ਪਏ। ਆਮੀਨ। ਇਹ ਪ੍ਰਭੂ ਦਾ ਵਚਨ ਹੈ। ਪੜ੍ਹਨ ਅਤੇ ਸੁਣਨ ਵਾਲੇ ਸਭ ਭੈਣ ਭਰਾਵਾਂ ਨੂੰ ਪ੍ਰਭੂ ਯਿਸੂ ਆਸ਼ੀਸ਼ ਬਰਕਤ ਦੇਵੇ। ਪ੍ਰਭੂ ਵਿੱਚ ਮੇਰੇ ਭੈਣ ਭਰਾਵੋ, ਪ੍ਰਭੂ ਯਿਸੂ ਨੇ ਇਹ ਰੂਪ ਕਥਾ ਪੈਰਾਬਲਸ
ਸੁਣਾ ਕੇ ਇਹ ਦਿਖਾਵਾ ਕੀਤਾ ਹੈ ਕਿ ਯਿਸੂ ਦੇ ਚੇਲੇ ਵਿਸ਼ਵਾਸੀਆਂ ਨੇ ਉਸ ਦੇ ਸਵਰਗ ਨੂੰ ਚਲੇ ਜਾਣ ਅਤੇ ਵਾਪਸ ਮੁੜ ਕੇ ਆਉਣ ਦੇ ਸਮੇਂ ਵਿੱਚ ਕੀ ਕਰਨਾ ਸੀ। ਜਿਸ ਤਰ੍ਹਾਂ ਇੱਕ ਰਾਜਾਵੰਸ਼ੀ ਆਦਮੀ ਸਮਰਾਟ ਕੋਲੋਂ ਰਾਜ ਪਦ ਲੈ ਜਾਣ ਤੋਂ ਪਹਿਲਾਂ ਉਸਨੇ ਆਪਣੇ 10 ਨੌਕਰਾਂ ਨੂੰ 10 ਅਸ਼ਰਫੀਆਂ ਹਰ ਇੱਕ ਨੂੰ ਇੱਕ ਇੱਕ ਕਰਕੇ ਦਿੱਤੀ ਅਤੇ ਕਿਹਾ ਤੁਸੀਂ ਇਹਨਾਂ ਨਾਲ ਵਪਾਰ ਕਰਨਾ ਜਦੋਂ ਤੱਕ ਮੈਂ ਵਾਪਸ ਮੁੜ ਕੇ ਨਹੀਂ ਆਉਂਦਾ। ਇਹ ਰੂਪ ਕਥਾ ਮੇਰੇ ਭੈਣ ਭਰਾਵੋ ਸਾਡੇ ਉੱਪਰ ਵੀ ਲਾਗੂ ਹੁੰਦੀ ਹੈ, ਜਿਸ ਤਰ੍ਹਾਂ ਪ੍ਰਭੂ ਦੇ ਚੇਲਿਆਂ ਉੱਪਰ ਲਾਗੂ ਹੁੰਦੀ ਸੀ। ਚੇਲਿਆਂ ਨੇ ਪ੍ਰਭੂ ਦੇ ਸਵਰਗਾਂ ਨੂੰ ਚਲੇ ਜਾਣ ਤੋਂ ਬਾਅਦ ਬਹੁਤ ਸਖਤੀ ਨਾਲ ਪ੍ਰਭੂ ਯਿਸੂ ਦਾ ਰਾਜ ਸਥਾਪਿਤ ਕਰਨ ਲਈ ਮਿਹਨਤ ਕੀਤੀ। ਉਹਨਾਂ ਨੇ ਆਪਣੀਆਂ ਜਾਨਾਂ ਦੀ ਵੀ ਕੋਈ ਪਰਵਾਹ ਨਹੀਂ ਕੀਤੀ, ਬਹੁਤ ਜ਼ਿਆਦਾ ਫਲ ਪੈਦਾ ਕੀਤਾ। ਇਸ ਸਮੇਂ ਵੀ ਸਾਡੇ ਬਹੁਤ ਭੈਣ ਭਰਾ ਪ੍ਰਭੂ ਦਾ ਕੰਮ ਆਪਣੇ ਦਿੱਤੇ ਹੋਏ ਤੋਹਫਿਆਂ ਦੇ ਅਨੁਸਾਰ ਕੰਮ ਕਰ ਰਹੇ ਹਨ ਅਤੇ ਫਲ ਪੈਦਾ ਕਰ ਰਹੇ ਹਨ। ਸੋ ਮੇਰੇ ਭੈਣ ਭਰਾਵੋ, ਸਾਨੂੰ ਸਭ ਨੂੰ ਮਿਲ ਕੇ ਪ੍ਰਭੂ ਦਾ ਕੰਮ ਕਰਨਾ ਹੈ। ਪਵਿੱਤਰ ਆਤਮਾ ਦੀ ਸ਼ਕਤੀ ਰਾਹੀਂ ਆਪਣੇ ਦੂਜੇ ਭੈਣ ਭਰਾਵਾਂ ਨੂੰ ਪਰਮੇਸ਼ਰ ਦਾ ਵਚਨ ਸੁਣਾਉਣਾ ਹੈ। ਆਪਣੇ ਤੋਂ ਹੋਰ ਜ਼ਿਆਦਾ ਫਲ ਪੈਦਾ ਕਰਨ ਦੀ ਕੋਸ਼ਿਸ਼ ਕਰਨੀ ਹੈ, ਜਿਸ ਤੋਂ ਪ੍ਰਭੂ ਖੁਸ਼ ਹੋ ਕੇ ਹੋਰ ਜ਼ਿਆਦਾ ਆਪ ਸਭ ਨੂੰ ਬਰਕਤ ਦੇਵੇਗਾ, ਹਜ਼ਾਰਾਂ ਹੀ ਅਸ਼ਰਫੀਆਂ ਦੇਵੇਗਾ। ਪ੍ਰਭੂ ਯਿਸੂ ਜਦੋਂ ਵਾਪਸ ਆਏਗਾ ਸਵਰਗੀ ਇਨਾਮ ਦੇਵੇਗਾ। ਉਸ ਦੀ ਮਹਿਮਤ ਤੇ ਵਡਿਆਈ ਕਰਨੀ ਹੈ। ਪਰਮੇਸ਼ਰ ਦੇ ਰਾਜ ਨੂੰ ਹੋਰ ਜ਼ਿਆਦਾ ਵਧਾਉਣਾ ਹੈ। ਅਸੀਂ ਆਪ ਵੀ ਸੋਚ ਸਕਦੇ ਹਾਂ ਕਿ ਪ੍ਰਭੂ ਯਿਸੂ ਦੇ ਸਮੇਂ ਤੋਂ ਹੁਣ ਤੱਕ ਕਿੰਨੀ ਜ਼ਿਆਦਾ ਪ੍ਰਭੂ ਦੀ ਕਲੀਸਿਆ ਵੱਧ ਰਹੀ ਹੈ, ਵਧੀ ਹੈ। ਪਰਮੇਸ਼ਰ ਦਾ ਰਾਜ ਵੱਧ ਰਿਹਾ ਹੈ। ਅਸੀਂ ਉਸ ਸੇਵਕ ਵਾਂਗ ਨਹੀਂ ਕਰਨਾ ਜਿਸ ਨੂੰ ਇੱਕ ਅਸ਼ਰਫੀ ਦਿੱਤੀ ਗਈ ਸੀ, ਪਰ ਉਸਨੇ ਉਸ ਤੋਂ ਵਪਾਰ ਨਹੀਂ ਕੀਤਾ, ਉਸ ਵਿੱਚ ਕੋਈ ਵਪਾਰ ਕਰਕੇ ਵਾਧਾ ਨਹੀਂ ਕੀਤਾ। ਭਾਵ ਕਿ ਉਸਨੇ ਪਰਮੇਸ਼ਰ ਦੇ ਰਾਜ ਵਿੱਚ ਪਰਮੇਸ਼ਰ ਦੀ ਇੱਛਾ ਅਨੁਸਾਰ ਹਿੱਸਾ ਨਹੀਂ ਪਾਇਆ, ਹੋਰ ਜ਼ਿਆਦਾ ਫਲ ਪੈਦਾ ਨਹੀਂ ਕੀਤਾ। ਨਾ ਹੀ ਉਸ ਆਦਮੀ ਨੇ ਰਾਜ ਦੀ ਇੱਛਾ ਵਿੱਚ ਵਿਸ਼ਵਾਸ ਕੀਤਾ। ਉਸਨੇ ਪੈਸੇ ਨੂੰ ਵਰਤ ਕੇ ਉਸ ਤੋਂ ਕੁਝ ਵੀ ਨਹੀਂ ਕਮਾਇਆ। ਇਸ ਰੂਪ ਕਥਾ ਵਿੱਚ ਰਾਜੇ ਵਾਂਗ ਪਰਮੇਸ਼ਰ ਨੇ ਸਾਨੂੰ ਸਭ ਨੂੰ ਪਰਮੇਸ਼ਰ ਦਾ ਰਾਜ ਵਧਾਉਣ ਲਈ ਵੱਖ-ਵੱਖ ਤੋਹਫੇ ਗਿਫਟਸ ਦਿੱਤੇ ਹੋਏ ਹਨ। ਜੋ ਵੀ ਤੋਹਫਾ ਗਿਫਟਸ ਪ੍ਰਭੂ ਪਰਮੇਸ਼ਰ ਨੇ ਸਾਨੂੰ ਦਿੱਤਾ ਹੈ, ਉਸ ਨੂੰ ਅਸੀਂ ਆਪਣੇ ਕੋਲ ਹੀ ਨਹੀਂ ਰੱਖਣਾ, ਉਸ ਤੋਂ ਵਾਧਾ ਕਰਨਾ ਹੈ। ਵਫਾਦਾਰੀ ਨਾਲ ਅਤੇ ਇਮਾਨਦਾਰੀ ਨਾਲ ਉਸ ਤੋਂ ਵਾਧਾ ਕਰਕੇ ਫਲ ਪੈਦਾ ਕਰਨਾ, ਜੋ ਕੁਝ ਵੀ ਪ੍ਰਭੂ ਪਰਮੇਸ਼ਰ ਨੇ ਸਾਨੂੰ ਸੌਂਪਿਆ ਹੈ। ਪ੍ਰਭੂ ਪਰਮੇਸ਼ਰ ਨਾਲ ਪਿਆਰ ਕਰਨਾ ਹੈ, ਕਿਉਂਕਿ ਪ੍ਰਭੂ ਸਭ ਨੂੰ ਪਿਆਰ ਕਰਦਾ ਹੈ, ਸਭ ਨੂੰ ਇੱਕੋ ਜਿਹਾ ਹੀ ਦਿੰਦਾ ਹੈ। ਸੋ ਪਲੀਜ਼ ਮੇਰੇ ਭੈਣ ਪ੍ਰਭੂ ਯਿਸੂ ਪਰ ਵਿਸ਼ਵਾਸ ਕਰੋ। ਆਪਣੇ ਆਪਣੇ ਦਿੱਤੇ ਗਏ ਤੋਹਫੇ ਗਿਫਟਸ ਅਨੁਸਾਰ ਪ੍ਰਭੂ ਯਿਸੂ ਦੇ ਵਾਪਸ ਆਉਣ ਤੋਂ ਪਹਿਲਾਂ ਵੱਧ ਤੋਂ ਵੱਧ ਕੰਮ ਕਰਕੇ ਹੋਰ ਜ਼ਿਆਦਾ ਫਲ ਪੈਦਾ ਕਰੋ। ਪ੍ਰਭੂ ਆਪ ਸਭ ਨੂੰ ਸਵਰਗ ਜੀਵਨ ਦੇਵੇਗਾ। ਤੇ ਪਰਮੇਸ਼ਰ ਦੇ ਵਚਨ ਨੂੰ ਪੜ੍ਹਦੇ ਰਹੋ, ਸੁਣਦੇ ਰਹੋ। ਪ੍ਰਭੂ ਆਪ ਸਭ ਨੂੰ ਤੇ ਮੈਨੂੰ ਵੀ ਮਾਫ ਕਰਕੇ ਸਵਰਗੀ ਜੀਵਨ ਦੇਵੇਗਾ। ਆਮੀਨ, ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਧੰਨਵਾਦ ਯਿਸੂ। ਅਸੀਂ ਆਪਦਾ ਬਾਰ-ਬਾਰ ਧੰਨਵਾਦ ਕਰਦੇ ਹਾਂ, ਸ਼ੁਕਰ ਦੇ ਪ੍ਰਭੂ ਜੀ ਜੋ ਤੁਸੀਂ ਅੱਜ ਦੇ ਸਾਨੂੰ ਵਚਨ ਦਿੱਤੇ ਹਨ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਜਿੰਨੇ ਵੀ ਸਾਡੇ ਭੈਣ ਭਰਾ ਆਪਦਾ ਵਚਨ ਪੜ੍ਹ ਰਿਹਾ ਸੁਣ ਰਿਹਾ, ਪ੍ਰਭੂ ਯਿਸੂ ਸਭ ਤੇ ਰਹਿਮ ਕਰਨਾ, ਦਇਆ ਕਰਨੀ, ਪਵਿੱਤਰ ਆਤਮਾ ਦਾ ਵਰਦਾਨ ਦੇਣਾ, ਪਵਿੱਤਰ ਆਤਮਾ ਦੀ ਸ਼ਕਤੀ ਦੇਣਾ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਹਾਲੇਲੂਇਆ। ਧੰਨਵਾਦ ਪ੍ਰਭੂ ਯਿਸੂ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਹਾਲੇਲੂਇਆ। ਧੰਨਵਾਦ ਪ੍ਰਭੂ ਯਿਸੂ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਅਸੀਂ ਆਪਦਾ ਬਾਰ-ਬਾਰ ਧੰਨਵਾਦ ਕਰਦੇ ਹਾਂ, ਸ਼ੁਕਰ ਦੇ ਪ੍ਰਭੂ ਯਿਸੂ ਜੀ ਅੱਜ ਦੇ ਵਕਤ ਦੇ ਸਮੇਂ ਲਈ। ਥੈਂਕ ਯੂ ਜੀਸਸ। ਧੰਨਵਾਦ ਪ੍ਰਭੂ ਯਿਸੂ।
ਹੈ ਪਰ ਯਿਸੂ ਆਦੇ ਵਚਨ ਸੱਚੇ ਪਿਤਰਨ ਧੰਨ ਪ੍ਰਭੂ ਯਿਸੂ ਜੀ। ਪਰ ਜੀ ਤੁਸੀਂ ਆ ਕੇ ਤੁਸੀਂ ਮੈਨੂੰ ਨਹੀਂ ਚੁਣਿਆ, ਮੈਂ ਤੁਹਾਨੂੰ ਚੁਣਿਆ ਕਿ ਤੁਸੀਂ ਜਾ ਕੇ ਫਲਦਾਰ ਬਣੋ, ਫਿਰ ਜੋ ਕੁਝ ਮੇਰਾ ਨਾਂ ਉੱਤੇ ਪਿਤਾ ਕੋਲੋਂ ਮੰਗੋ ਉਹ ਤੁਹਾਨੂੰ ਦੇਵੇਗਾ। ਹਾਲੇਲੂਇਆ ਪ੍ਰਭੂ ਯਿਸੂ ਜੀ। ਅਸੀਂ ਵਿਸ਼ਵਾਸ ਕਰਕੇ ਆਪਦੇ ਅੱਗੇ ਦੁਆਵਾਂ ਕਰਦੇ, ਪ੍ਰਾਰਥਨਾ ਕਰਦੇ ਪ੍ਰਭੂ ਜੀ। ਆਪਦੇ ਪਿਤਰ ਨਾਮ ਦੇ ਰਾਹੀਂ ਆਪਦੇ ਪਿਤਾ ਕੋਲੋਂ ਤੰਦਰੁਸਤੀ ਚੰਗਿਆਈ ਮੰਗਦੇ ਆ ਪ੍ਰਭੂ ਜੀ। ਆਪਣੇ ਬਿਮਾਰ ਭੈਣ ਭਰਾਵਾਂ ਲਈ ਜਿਹੜੇ ਘਰਾਂ ਵਿੱਚ ਬਾਰਨ ਔਰ ਹੌਸਪੀਟਲ 'ਚ ਬਾਰਨ, ਪਲੀਜ਼ ਪ੍ਰਭੂ ਯਿਸੂ ਉਹਨਾਂ ਸਭ 'ਤੇ ਰਹਿਮ ਕਰੋ, ਦਇਆ ਕਰੋ, ਕਿਰਪਾ ਕਰੋ, ਉਹਨਾਂ ਦੀ ਦੁਆ ਸੁਣੋ, ਪ੍ਰਾਰਥਨਾ ਸੁਣੋ, ਉਹਨਾਂ ਨੂੰ ਤੰਦਰੁਸਤੀ ਚੰਗਿਆਈ ਬਖਸ਼ੋ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਹਾਲੇਲੂਇਆ, ਧੰਨਵਾਦ ਪ੍ਰਭੂ ਯਿਸੂ, ਥੈਂਕ ਯੂ ਜੀਸਸ। ਮੇਰੇ ਪਿਆਰੋ, ਅਸੀਂ ਸ਼ਾਰਟ ਪ੍ਰਾਰਥਨਾ ਕਰਨੀ ਹੈ ਕਿ ਜਿਹਦੀ ਰੀਡਿੰਗ ਬਹੁਤ ਲੰਬੀ ਸੀ, ਇਸ ਕਰਕੇ ਅਸੀਂ ਸ਼ਾਰਟ ਪ੍ਰਾਰਥਨਾ ਕਰਦੇ ਹਾਂ। ਕੱਲ੍ਹ ਨੂੰ ਫਿਰ ਸਾਡੇ ਸਭ ਭੈਣ ਭਰਾਵਾਂ ਲਈ ਦੁਆ ਕਰਾਂਗੇ, ਪ੍ਰਾਰਥਨਾ ਕਰਾਂਗੇ। ਅਸੀਂ ਪ੍ਰਾਰਥਨਾ ਕਰਦੇ ਹਾਂ, ਇਹ ਸਾਡੇ ਬਾਪ ਜੋ ਸਾਡੇ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਸਾਨੂੰ ਸਭ ਨੂੰ ਸਿਖਾਈ ਹੈ, ਉਹ ਬੋਲਦੇ ਹਾਂ, ਇਹ ਸਾਡੇ ਬਾਪ ਜੋ ਤੂੰ ਅਸਮਾਨ 'ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਜਾਵੇ, ਤੇਰੀ ਮਰਜ਼ੀ ਜਿਹੜੀ ਅਸਮਾਨ 'ਤੇ ਪੂਰੀ ਹੁੰਦੀ ਹੈ ਜ਼ਮੀਨ 'ਤੇ ਪੂਰੀ ਹੋਵੇ। ਸਾਡੀ ਰੋਜ਼ ਦੀ ਰੋਟੀ ਸਾਨੂੰ ਅੱਜ ਦੇ, ਸਾਡੇ ਕਸੂਰ ਸਾਨੂੰ ਮਾਫ਼ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰ ਮਾਫ਼ ਕਰਦੇ ਹਾਂ। ਸਾਨੂੰ ਇਸ ਮਹਿਸ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ, ਕਿਉਂਕਿ ਬਾਦਸ਼ਾਹ ਕੁਦਰਤ ਜਲਾ ਸਦਾ ਤਾਂ ਹਮੇਸ਼ਾ ਆਪਦੇ ਹਨ। ਆਮੀਨ। ਅਸੀਂ ਮਾਂ ਮਰੀਅਮ ਪ੍ਰਭੂ ਯਿਸੂ ਦੀ ਮਾਂ, ਸਾਡੀ ਮਾਂ ਸੰਤ ਰੀਮਾ ਟਰੀਜ਼ਾ, ਸੰਤ ਜੋਸਫ, ਸੰਤ ਮਾਈਕਲ, ਸੰਤ ਜਬਰਾਇਲ, ਸੰਤ ਫਾਇਲ, ਸਾਰੇ ਸੰਤਾਂ ਅਤੇ ਫਰਿਸ਼ਤਿਆਂ ਨੂੰ ਅਸੀਂ ਸਿਫਾਰਿਸ਼ ਕਰਦੇ ਹਨ ਕਿ ਪ੍ਰਭੂ ਯਿਸੂ ਦੇ ਅੱਗੇ ਦੁਆ ਕਰੋ, ਪ੍ਰਾਰਥਨਾ ਕਰੋ। ਜਿੰਨੇ ਵੀ ਸਾਡੇ ਭੈਣ ਭਰਾ ਘਰਾਂ ਵਿੱਚ ਬਾਰਨ ਜਾਂ ਹੌਸਪੀਟਲ 'ਚ ਬਾਰਨ, ਪ੍ਰਭੂ ਯਿਸੂ ਉਹਨਾਂ ਸਭ 'ਤੇ ਰਹਿਮ ਕਰੇ, ਦਇਆ ਕਰੇ, ਕਿਰਪਾ ਕਰੇ, ਉਹਨਾਂ ਨੂੰ ਤੰਦਰੁਸਤੀ ਚੰਗਾਈ ਬਖਸ਼ੇ। ਆਮੀਨ। ਹਾਲੇਲੂਇਆ। ਸਲਾਮ ਹੈ ਮਰੀਮ ਫਜਨਾ ਪਰੇ ਖੁਦਾਬੰਦ ਤੇ ਨਾਲ ਹੈ, ਤੂੰ ਔਰਤਾਂ ਵਿੱਚੋਂ ਤਾਨਾ ਨਾ ਤਾਨਾ ਤੇਰੇ ਪੇਟ ਦਾ ਫਲ ਯਿਸੂ। ਐ ਹਜ਼ਰਤ ਮਰੀਮ ਖੁਦਾ ਦੀ ਮਾਂ, ਅਸਾਂ ਗੁਨਾਹਗਾਰਾਂ ਦੀ ਦੁਆ ਕਰ ਹੁਣ ਤੇ ਸਾਡੀ ਮੌਤ ਦੇ ਵੇਲੇ। ਆਮੀਨ। ਬਾਪ ਬੇਟਾ ਤਿਰੂਪਾ ਦੀ ਵਡਿਆਈ ਹੋਵੇ, ਜਿਹੜੇ ਮੁੱਢੋਂ ਸੰਤ ਹਮੇਸ਼ਾ ਹੋਵੇਗੀ। ਆਮੀਨ। ਐ ਮਿਹਨਤ ਮੇਵਾ ਯਿਸੂ, ਸਾਡੇ ਗੁਨਾਹ ਸਾਨੂੰ ਮਾਫ਼ ਕਰ, ਨਰਕ ਦੀ ਅੱਗ ਤੋਂ ਸਾਨੂੰ ਬਚਾ, ਸਭ ਰੂਹਾਂ ਨੂੰ ਸੁਰਗ ਖਿੱਚ ਲੈ, ਖਾਸ ਕਰਕੇ ਉਹਨਾਂ 'ਤੇ ਰਹਿਮਤ ਦੇ ਬਹੁਤ ਲੋੜਵੰਦ ਹਨ। ਆਮੀਨ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਧੰਨਵਾਦ ਯਿਸੂ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਪ੍ਰਭੂ ਯਿਸੂ ਮਸੀਹ ਦੀ ਕਿਰਪਾ, ਦਇਆ ਅਤੇ ਸ਼ਾਂਤੀ, ਪਰਮੇਸ਼ਰ ਦਾ ਪਿਆਰ, ਪਵਿੱਤਰ ਆਤਮਾ ਦੀ ਸੰਗ ਸਾਡੇ ਸਭ ਭੈਣ ਭਰਾਵਾਂ ਦੇ ਨਾਲ ਹੋਏ। ਆਮੀਨ। God bless you. ਬਾਪ ਬੇਟਾ ਤਿਰੂਪਾ ਨਾਮ ਤੇ। ਆਮੀਨ।